बिस्मिल्लाहिर्रहमानिर्रहीम अस्सलाम वालेकुम रहमतुल्लाहि व बरकातहू। की हाल उम्मीद है खैरियत नाल होवोगे। ਜਦੋਂ ਉਮਰ ਬੰਦੇ ਦੀ ਥੋੜਾ ਜਿਹਾ 35 ਸਾਲ 40 ਸਾਲਾਂ ਤੋਂ ਉੱਪਰ ਟੱਪਦੀ ਹੈ ਨਾ ਤੇ ਉੱਥੇ ਜਾ ਕੇ ਕੁਝ ਮਸਾਇਲ ਆਣੇ ਸ਼ੁਰੂ ਹੋ ਜਾਂਦੇ ਬੰਦੇ ਨੂੰ। ਔਰ ਅਗਰ 35 ਸਾਲਾਂ ਤੋਂ 30 ਸਾਲਾਂ ਤੋਂ ਪਹਿਲੇ ਦੀ ਉਮਰ ਜਿਹੜੀ ਆ ਉਹ ਥੋੜਾ ਜਿਹਾ ਖਰਾਬ ਗੁਜ਼ਰੀ ਹੋਵੇ, ਮੈਂ ਮਰਦਾਂ ਦੀ ਗੱਲ ਕਰਦਾ ਤੇ ਉਹਨਾਂ ਦੀ ਅਗਰ ਇਹ ਉਮਰ ਜਿਹੜੀ ਆ ਉਹ ਥੋੜਾ ਜਿਹਾ ਐਕਸੈਸਿਵ ਯੂਜ਼ ਦੇ ਵਿੱਚ ਲੰਘ ਜਾਵੇ ਤੇ ਫਿਰ ਜ਼ਿਆਦਾ ਮਸਾਇਲ ਪੈਦਾ ਹੁੰਦੇ ਆ। ਮਸਲਨ ਇੱਥੇ ਜਾ ਕੇ ਕੀ ਹੁੰਦਾ ਕਿ ਇੱਥੇ ਜਾ ਕੇ ਜੋੜ ਜਿਹੜੇ ਹੁੰਦੇ ਆ ਨਾ, ਖਾਸ ਤੌਰ ਤੇ ਵੱਡੇ ਜੋੜ ਜਿਨ੍ਹਾਂ ਦੇ ਵਿੱਚ ਗੋਡਿਆਂ ਦੇ ਜੋੜ ਆ, ਕੂਹਣੀਆਂ ਦੇ ਜੋੜ ਆ, ਗੁੱਟਾਂ ਦੇ ਜੋੜ ਆ, ਫਿਰ ਇਸੇ ਤਰ੍ਹਾਂ ਹੀ ਗਿੱਟਿਆਂ ਦੇ ਜੋੜ ਆ, ਇਹਨਾਂ ਜੋੜਾਂ ਦੇ ਵਿੱਚ ਨਾ ਕੁਝ ਪੇਚੀਦਗੀਆਂ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ। ਇਹਨਾਂ ਦੇ ਵਿੱਚ ਆਮ ਤੌਰ ਤੇ ਤੁਸੀਂ ਗੱਲ ਸੁਣੀ ਹੋਏਗੀ ਡਾਕਟਰਾਂ ਕੋਲੋਂ, ਗਰੀਸ ਮੁੱਕ ਗਿਆ ਗੋਡਿਆਂ ਦੇ ਵਿੱਚੋਂ ਤੇ ਜਿਹੜਾ ਫਲੂਇਡ ਹੁੰਦਾ ਨਾ ਗੋਡਿਆਂ ਨੂੰ ਜਾਂ ਜੋੜਾਂ ਨੂੰ, ਵੱਡਿਆਂ ਜੋੜਾਂ ਨੂੰ ਲੁਬਰੀਕੇਟ ਕਰਨ ਵਾਲਾ, ਉਹ ਘੱਟ ਹੋ ਜਾਂਦਾ। ਅੱਛਾ, ਉਹਦੀ ਬਹੁਤ ਸਾਰੀ ਵਜੂਹਾਤ ਹੁੰਦੀਆਂ ਜਿਹਦੇ ਵਿੱਚ ਕਿ ਮਤਲਬ ਬਹੁਤ ਜ਼ਿਆਦਾ ਖੁਸ਼ਕ ਚੀਜ਼ਾਂ ਦਾ ਇਸਤੇਮਾਲ, ਮਤਲਬ ਗਿਜ਼ਾਵਾਂ ਖੁਸ਼ਕ ਇਸਤੇਮਾਲ ਕਰ ਲਈਆਂ, ਜਾਂ ਐਕਸੈਸਿਵ ਜਿਹੜਾ ਨਾ ਉਹ ਐਕਸਰਸਾਈਜ਼ਾਂ ਕਰ ਲਈਆਂ, ਜਾਂ ਆਪਣੇ ਜਿਸਮ ਦੇ ਵਿੱਚ ਜਿਹੜੇ ਫਲੂਇਡਸ ਆ ਉਹਨਾਂ ਦਾ ਐਕਸੈਸਿਵ ਯੂਜ਼ ਹੋ ਗਿਆ, ਯਾਨੀ ਬਹੁਤ ਜ਼ਿਆਦਾ ਤੁਸੀਂ ਉਹਨਾਂ ਨੂੰ ਇਸਤੇਮਾਲ ਕਰ ਲਿਆ ਜਾਂ ਆਪਣੇ ਜਿਸਮ ਚੋਂ ਕੱਢ ਲਿਆ, ਜਾਂ ਉਹ ਕਿਸੇ ਵੀ ਤਰੀਕੇ ਨਾਲ ਜ਼ਾਇਆ ਹੋ ਗਏ। ਜਾਂ ਫਿਰ ਦੂਸਰੇ ਅਗਲੇ ਪਾਸੇ ਜਾ ਕੇ ਅਸੀਂ ਸਮਝਦੇ ਕਿ ਗਿਜ਼ਾ ਦੀ ਕਮੀ ਵੀ ਤੁਸੀਂ ਇਹਨੂੰ ਕਹਿ ਸਕਦੇ ਹੋ ਕਿ ਗਿਜ਼ਾ ਉਹ ਨਾ ਮਿਲੀ ਜਿਹੜੀ ਮਿਲਣੀ ਚਾਹੀਦੀ ਸੀਗੀ। ਤੇ ਉਹਦੇ ਨਾਲ ਕੀ ਹੁੰਦਾ ਕਿ ਜੋੜ ਜਿਹੜੇ ਹੁੰਦੇ ਨਾ ਉਹ ਖਰਾਬ ਹੋਣੇ ਸ਼ੁਰੂ ਹੋ ਜਾਂਦੇ, ਕੱਚੇ ਹੋਣੇ ਸ਼ੁਰੂ ਹੋ ਜਾਂਦੇ। ਅੱਛਾ, ਇਕੱਲੇ ਜੋੜ ਹੀ ਕੱਚੇ ਨਹੀਂ ਹੁੰਦੇ, ਇੱਥੇ ਫਿਰ ਸਾਡੇ ਨਾ ਮਸਲਸ ਦੀ ਵੀਕਨੈਸ ਵੀ ਆ ਜਾਂਦੀ ਆ। ਅੱਛਾ, ਜੇ ਮਸਲਸ ਦੀ ਵੀਕਨੈਸ ਦੀ ਗੱਲ ਕਰੀਏ, ਮਸਲਸ ਦੇ ਕ੍ਰੈਂਪਸ ਆ ਜਾਂਦੇ ਆ, ਮਸਲਸ ਦੀ ਸਟਿਫਨੈਸ ਆ ਜਾਂਦੀ ਆ, ਫਿਰ ਇਸੇ ਤਰ੍ਹਾਂ ਹੀ ਕੜਲ ਪੜਨਾ ਜਿਹਨੂੰ ਕਹਿੰਦੇ ਉਹ ਵੀ ਕ੍ਰੈਂਪ ਉਹੀ ਹੁੰਦੇ ਆ। ਤੇ ਫਿਰ ਜਨਾਬ ਇਹਦੀ ਕਮਜ਼ੋਰੀ ਆ ਜਾਂਦੀ ਆ, ਪਾਰਕਿੰਸਨਸ ਡਿਜ਼ੀਜ਼ ਆ ਜਾਂਦੀ ਆ, ਜਿੱਦਾਂ ਕਿ ਮਤਲਬ ਅਕਸਰ ਦੇਖਿਆ ਕਿ ਲੋਕਾਂ ਦੇ ਹੱਥ ਕੰਬਦੇ ਰਹਿੰਦੇ ਹੁੰਦੇ ਆ। ਤੇ ਜਾਂ ਫਿਰ ਇਸੇ ਤਰ੍ਹਾਂ ਤੁਸੀਂ ਸਮਝ ਲਓ ਕਿ ਉਜ਼ਲਾਤ ਦੀ ਜਾਂ ਮਸਲਸ ਦੀ ਜਿਹੜੀ ਪਕੜ ਆ ਉਹ ਮਜ਼ਬੂਤ ਨਹੀਂ ਰਹਿੰਦੀ। ਥੋੜਾ ਜਿਹਾ ਚੱਲਦੇ ਹੋ ਸਾਹ ਫੁੱਲਣਾ ਸ਼ੁਰੂ ਹੋ ਜਾਂਦਾ, ਪੌੜੀਆਂ ਨਹੀਂ ਚੜ੍ਹ ਸਕਦੇ ਤੁਸੀਂ, ਥੋੜਾ ਜਿਹਾ 4 ਕਦਮ ਦੌੜਨਾ ਪਵੇ ਤੇ ਹਾਲੋਂ ਬੇਹਾਲ ਹੋ ਜਾਂਦਾ। ਤੇ ਇੱਥੇ ਆਣ ਕੇ ਅਸਲ ਦੇ ਵਿੱਚ ਤਾਂ ਇਹ ਪ੍ਰੋਟੀਨ ਦੀ ਕਮੀ ਹੁੰਦੀ ਹੈ। ਪ੍ਰੋਟੀਨ ਵੀ ਉਹ ਜਿਹੜੇ ਕਿ ਅੱਛੀ ਵਾਲੇ ਪ੍ਰੋਟੀਨ ਹੋਵੇ, ਜਿਹਦੇ ਵਿੱਚ ਅਮਾਈਨੋ ਐਸਿਡ ਉਹ ਹੋਣ ਜਿਹੜੇ ਕਿ ਇਨਸਾਨ ਦੇ ਜਿਸਮ ਦੇ ਨਾਲ ਬਹੁਤ ਰਿਲੇਟਡ ਹੁੰਦੇ ਆ। ਤੇ ਖੈਰ ਇਹ ਮਸਲੇ ਬਣ ਜਾਂਦੇ ਆ, ਫਿਰ ਚੱਲਣਾ ਫਿਰਨਾ ਮੁਸ਼ਕਲ ਹੋ ਜਾਂਦਾ, ਜੋੜਾਂ ਦੀਆਂ ਦਰਦਾਂ ਸ਼ੁਰੂ ਹੋ ਜਾਂਦੀਆਂ, ਜੋੜਾਂ ਦੇ ਵਿੱਚੋਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ, ਜੋੜ ਖਾਲੀ ਖਾਲੀ ਮਹਿਸੂਸ ਹੁੰਦੇ ਆ। ਤੇ ਉਹਦੇ ਵਾਸਤੇ ਅੱਜ ਮੈਂ ਤੁਹਾਨੂੰ ਇੱਕ ਬੜਾ ਹੀ ਪਿਆਰਾ ਤੇ ਬੜਾ ਸਾਦਾ ਜਿਹਾ ਨੁਸਖਾ ਦੱਸਣ ਲੱਗਾ। ਕਾਪੀ ਪੈਨਸਲ ਲੈ ਲਓ, ਨੋਟ ਫਰਮਾ ਲਓ, ਇਹਨੂੰ ਇਸਤੇਮਾਲ ਕਰੋਗੇ ਤੇ ਇਨਸ਼ਾ ਅੱਲਾਹ ਤਾਲਾ ਤੁਹਾਨੂੰ ਇਹਦੇ ਵਿੱਚ ਫਾਇਦਾ ਜ਼ਰੂਰ ਹੋਏਗਾ। ਜਿੰਨੇ ਮਸਾਇਲ ਮੈਂ ਬਿਆਨ ਕੀਤੇ ਸਾਰੇ ਇਨਸ਼ਾ ਅੱਲਾਹ ਇਹਦੇ ਥੋੜੇ ਜਿਹੇ ਇਸਤੇਮਾਲ ਤੋਂ ਬਾਅਦ ਠੀਕ ਹੋ ਜਾਣਗੇ। ਅੱਛਾ, ਪਹਿਲੀ ਚੀਜ਼ ਅਸੀਂ ਲੈਣੀ ਅਲਸੀ। ਅਲਸੀ ਨੂੰ ਫਲੈਕਸੀਡ ਕਹਿੰਦੇ ਆ ਤੇ ਆਮ ਤੌਰ ਤੇ ਕਰਿਆਨੇ ਦੀਆਂ ਦੁਕਾਨਾਂ ਤੋਂ, ਪੰਸਾਰੀ ਦੀਆਂ ਦੁਕਾਨਾਂ ਤੋਂ ਬੜੀ ਸੌਖੀ ਮਿਲ ਜਾਂਦੀ ਹੈ। ਠੀਕ ਹੋ ਗਿਆ, ਅਲਸੀ ਲੈ ਲਈ। ਦੂਸਰੀ ਚੀਜ਼ ਅਸੀਂ ਲਵਾਂਗੇ ਹਾਲੋਂ। ਹਾਲੋਂ ਵੀ ਥੋੜਾ ਜਿਹਾ ਸੁਨਹਿਰੀ ਮਾਇਲ ਬੀਜ ਹੁੰਦੇ ਆ, ਇਹ ਵੀ ਪੰਸਾਰੀ ਕੋਲੋਂ ਮਿਲ ਜਾਂਦੇ ਆ। ਔਰ ਤੀਸਰੀ ਚੀਜ਼ ਅਸੀਂ ਲਵਾਂਗੇ ਮੇਥਰੇ। ਮੇਥਰੇ ਜਿਹੜੇ ਆ ਇਹ ਵੀ ਆਮ ਤੌਰ ਤੇ ਹੀ ਪੰਸਾਰੀ ਤੋਂ ਮਿਲ ਜਾਂਦੇ ਆ। ਤੇ ਚੌਥੀ ਚੀਜ਼ ਅਸੀਂ ਲਵਾਂਗੇ ਬਦਾਮ ਦੀ ਗਿਰੀ। ਯਾਨੀ ਇਹ 4 ਚੀਜ਼ਾਂ ਹੋ ਗਈਆਂ, ਅਲਸੀ ਹੋ ਗਈ, ਹਾਲੋਂ ਹੋ ਗਈ, ਮੇਥਰੇ ਹੋ ਗਏ ਤੇ ਬਦਾਮ ਦੀ ਗਿਰੀ ਹੋ ਗਈ। ਅੱਛਾ, ਹੁਣ ਇਹਨੂੰ ਤੁਸੀਂ ਕਰਨਾ ਕੀ ਆ? ਤੁਸੀਂ ਕਰਨਾ ਇਹ ਆ ਕਿ ਇਹਨਾਂ ਨੂੰ, ਤਿੰਨਾਂ ਚੀਜ਼ਾਂ ਨੂੰ ਜਿਹੜੀਆਂ ਨਾ, ਬਲਕਿ 4 ਚੀਜ਼ਾਂ ਨੂੰ ਹੀ ਤੁਸੀਂ ਫਰਾਈ ਪੈਨ ਦੇ ਵਿੱਚ ਪਾ ਕੇ ਡਰਾਈ ਥੋੜਾ ਜਿਹਾ ਇਹਨਾਂ ਨੂੰ ਬਰਾਊਨ ਕਰਨਾ, ਭੁੰਨਣਾ ਵਾ ਇਹਨਾਂ ਨੂੰ ਥੋੜਾ ਜਿਹਾ। ਮਤਲਬ ਇਹਨਾਂ ਜ਼ਿਆਦਾ ਨਹੀਂ ਭੁੰਨਣਾ ਕਿ ਜਲ ਜਾਣ, ਮਤਲਬ ਥੋੜਾ ਜਿਹਾ ਤੁਸੀਂ ਸੁੱਕਾ ਹੀ ਮਤਲਬ ਪਾਓ, ਹਲਾਈ ਜਾਓ, ਲੋ ਫਲੇਮ ਦੇ ਉੱਤੇ ਇਹਨਾਂ ਨੂੰ ਥੋੜਾ ਜਿਹਾ ਬਰਾਊਨ ਕਰ ਲੈਣਾ। ਉਸ ਤੋਂ ਬਾਅਦ ਇਹਨਾਂ ਨੂੰ ਠੰਡਾ ਹੋਣ ਦਿਓ। ਜਦੋਂ ਠੰਡੇ ਹੋ ਜਾਣ ਤੇ ਫਿਰ ਇਹਨਾਂ ਦਾ ਅਲੱਗ-ਅਲੱਗ ਪਾਊਡਰ ਕਰ ਲੈਣਾ, ਅਲੱਗ-ਅਲੱਗ ਪਾਊਡਰ ਕਰਕੇ ਤੇ ਇਸ ਪਾਊਡਰ ਨੂੰ ਮਿਕਸ ਕਰਕੇ ਤੇ ਇੱਕ ਜਾਰ ਦੇ ਵਿੱਚ ਇਹਨੂੰ ਮਹਿਫੂਜ਼ ਰੱਖ ਲਓ। ਠੀਕ ਹੋ ਗਿਆ ਜੀ। ਇਹ ਤੁਹਾਡਾ ਇੱਕ ਬੜਾ ਹੀ ਜ਼ਬਰਦਸਤ ਕਿਸਮ ਦਾ ਪਾਵਰਫੁਲ ਟੌਨਿਕ ਤਿਆਰ ਹੋ ਗਿਆ। ਇਹਦੇ ਵਿੱਚ ਵਿਟਾਮਿਨ ਡੀ ਵੀ ਬਹੁਤ ਜ਼ਿਆਦਾ ਮਿਕਦਾਰ ਦੇ ਵਿੱਚ ਮੌਜੂਦ ਆ, ਔਰ ਫਿਰ ਇਹਦੇ ਵਿੱਚ ਮਤਲਬ ਲੇਸ ਵੀ ਮੌਜੂਦ ਆ, ਸਾਰਾ ਕੁਝ ਮੌਜੂਦ ਆ, ਸੋਲਿਬਲ ਫਾਈਬਰਸ ਵੀ ਮੌਜੂਦ ਆ ਜਿਹੜੇ ਕਿ ਤੁਹਾਡੇ ਜਿਸਮ ਨੂੰ ਔਰ ਤੁਹਾਡੀ ਜਿਹੜੀ ਜੋੜਾਂ ਦੀ ਸਿਹਤ ਆ ਉਹਨੂੰ ਬਿਹਤਰ ਕਰਨਗੇ। ਤੇ ਅੱਛਾ, ਫਿਰ ਇਹ ਜਿਹੜਾ ਕੰਪਾਊਂਡ ਬਣਿਆ ਵਾ ਨਾ, ਇਹ ਐਂਟੀ ਏਜਿੰਗ ਵੀ ਆ, ਯਾਨੀ ਖੂਬਸੂਰਤੀ ਦੇ ਵਿੱਚ ਵੀ ਇਜ਼ਾਫਾ ਕਰੇਗਾ। ਠੀਕ ਹੈ ਜੀ। ਅੱਛਾ, ਹੁਣ ਅਸੀਂ ਗੱਲ ਕਰਾਂਗੇ ਇਹਨੂੰ ਇਸਤੇਮਾਲ ਕਿੱਦਾਂ ਕਰਾਂਗੇ। ਇਸਤੇਮਾਲ ਕਰਨ ਦਾ ਬੜਾ ਸੌਖਾ ਤਰੀਕਾ ਇਹਦਾ। ਤੇ ਇਸ ਤੋਂ ਪਹਿਲੇ ਕਿ ਤੁਸੀਂ ਤਰੀਕਾ ਸੁਣੋ, ਅਕਾਊਂਟ ਨੂੰ ਫਾਲੋ ਕਰੋ। ਜੇ ਤੁਸੀਂ YouTube ਤੇ ਦੇਖ ਰਹੇ ਹੋ ਤੇ ਜਿਹੜਾ ਅਕਾਊਂਟ ਸਬਸਕ੍ਰਾਈਬ ਕਰ ਲਓ ਚੈਨਲ ਨੂੰ। ਉਸ ਤੋਂ ਬਾਅਦ ਲਾਈਕ ਵੀ ਕਰਨਾ, ਕਮੈਂਟ ਵੀ ਕਰਨਾ ਤੇ ਸ਼ੇਅਰ ਵੀ ਕਰਨਾ। ਠੀਕ ਹੈ ਜੀ। ਕਿਉਂਕਿ ਇਦਾਂ ਦੀਆਂ ਗੱਲਾਂ ਜਿਹੜੀਆਂ ਹੁੰਦੀਆਂ ਨੇ ਇਕੱਲੀਆਂ ਤੁਹਾਡੇ ਵਾਸਤੇ ਨਹੀਂ, ਸਾਰੇ ਦੂਸਰਿਆਂ ਵਾਸਤੇ ਵੀ ਹੁੰਦੀਆਂ ਨਾ, ਇਸ ਵਾਸਤੇ ਸ਼ੇਅਰ ਕਰ ਦਿਓ ਜਲਦੀ ਜਲਦੀ। ਠੀਕ ਹੈ ਜੀ। ਹੁਣ ਆਉਣੇ ਤਰੀਕਾ ਇਸਤੇਮਾਲ। ਇੱਕ ਚਾਹ ਵਾਲਾ ਚਮਚ ਜਿਹੜਾ ਨਾ, ਉਹ ਤੁਸੀਂ ਹੁਣ 2 ਤਰ੍ਹਾਂ ਦੇ ਤੁਸੀਂ ਹੋਵੋਗੇ। ਜਾਂ ਤਾਂ ਤੁਸੀਂ ਸੁੱਕੇ ਹੋਏ ਹੋਵੋਗੇ, ਤੁਹਾਡਾ ਜਿਸਮ ਸੁੱਕਿਆ ਹੋਇਆ, ਤੇ ਜਾਂ ਤੁਸੀਂ ਮੋਟੇ ਹੋਵੋਗੇ। ਅਗਰ ਤੁਸੀਂ ਮੋਟੇ ਹੋ ਤੇ ਫਿਰ ਤੁਸੀਂ ਇਹਨੂੰ ਪਾਣੀ ਦੇ ਨਾਲ ਇਸਤੇਮਾਲ ਕਰੋਗੇ ਤੇ ਸਵੇਰ ਦੇ ਟਾਈਮ ਇਸਤੇਮਾਲ ਕਰੋਗੇ। ਇੱਕ ਚਾਹ ਵਾਲਾ ਚਮਚ ਸਵੇਰ ਦੇ ਟਾਈਮ ਦੇ ਵਿੱਚ ਤੁਸੀਂ ਇਸਤੇਮਾਲ ਕਰਨਾ, ਤੇ ਇਸੇ ਤਰ੍ਹਾਂ ਫਿਰ ਤੁਸੀਂ ਅਸਰ ਵੇਲੇ ਇਸਤੇਮਾਲ ਕਰੋਗੇ, ਸ਼ਾਮ ਦੇ ਟਾਈਮ ਨੂੰ। ਅੱਛਾ, ਅਗਰ ਤੁਸੀਂ ਪਤਲੇ ਹੋ ਤੇ ਫਿਰ ਜਨਾਬੇ ਵਾਲੀ ਤੁਸੀਂ ਇਸ ਤਰ੍ਹਾਂ ਕਰਨਾ ਕਿ ਤਕਰੀਬਨ ਜਿਹੜਾ ਨਾ ਪਾਈਆ 1.5 ਪਾ, ਅੱਧਾ ਕਿਲੋ ਦੁੱਧ ਲਓ। ਦੁੱਧ ਖਾਲਸ ਹੋਣਾ ਚਾਹੀਦਾ, ਲੱਭ ਲਓ ਕਿਤੇ, ਨਹੀਂ ਤੇ ਕੋਈ ਘਰ ਬੱਕਰੀ ਰੱਖ ਲਓ। ਅੱਛਾ, ਉਹਦੇ ਵਿੱਚ ਇਸ ਤਰ੍ਹਾਂ ਕਰਨਾ ਕਿ 1 ਚਮਚ ਜਿਹੜਾ ਨਾ, ਅੱਧਾ ਚਮਚ ਤੁਸੀਂ ਦੇਸੀ ਘੀ ਦਾ ਪਾ ਲੈਣਾ, ਅੱਧਾ ਚਮਚ ਤੁਸੀਂ ਦੇਸੀ ਘੀ ਦਾ ਪਾ ਲੈਣਾ, ਉਹਨੂੰ ਗਰਮ ਕਰ ਲੈਣਾ।
ਤੇ ਹੁਣ ਤੁਸੀਂ ਉਹ ਇੱਕ ਪਾਊਡਰ ਜਿਹੜਾ ਸੀਗਾ ਉਹਦਾ 1 ਚਮਚ ਲੈਣਾ ਵਾ। 1 ਚਮਚ ਲੈ ਕੇ ਉੱਪਰੋਂ ਇਸ ਦੁੱਧ ਨੂੰ, ਜਿਹਦੇ ਵਿੱਚ ਤੁਸੀਂ ਦੇਸੀ ਘਿਓ ਵੀ ਪਾਇਆ ਸੀ, ਜਿਹਦੇ ਵਿੱਚ ਤੁਸੀਂ ਗੁੜ ਵੀ ਪਾਇਆ ਸੀ, ਗੁੜ ਪਾਣਾ, ਹੋਰ ਕੋਈ ਚੀਜ਼ ਨਹੀਂ ਪਾਣੀ, ਤੇ ਉਹ ਤੁਸੀਂ ਜਨਾਬ ਵਾਲੀ ਨਿੰਮਾਂ ਚੁਸਕੀਆਂ ਲੈ ਕੇ ਨਾ ਪੀ ਜਾਣਾ। ਇਹ ਲੈਣਾ ਵਾ ਸਵੇਰ ਦੇ ਟਾਈਮ। ਤੇ ਉਸ ਤੋਂ ਬਾਅਦ ਤੁਸੀਂ ਘੱਟ ਤੋਂ ਘੱਟ ਵੀ ਜਿਹੜਾ ਨਾ ਕੋਈ 1 ਘੰਟੇ ਦੀ ਵਾਕ ਕਰ ਲਓ ਜਾਂ ਕੋਈ ਮੁਸ਼ੱਕਤ ਵਾਲਾ ਕੰਮ ਕਰ ਲਓ। ਜਿਸਮ ਨੂੰ ਨਾ ਸਲੋ ਨਹੀਂ ਕਰਨਾ। ਤੇ ਦੂਸਰੇ ਨੰਬਰ ਤੇ ਇਹ ਨਹੀਂ ਹੈਗਾ ਕਿ ਤੁਸੀਂ ਲੈਂਦਾ ਸਾਰੇ ਏਸੀ 'ਚ ਵੜ ਜਾਓ, ਫਾਇਦਾ ਕੋਈ ਨਹੀਂ ਜੀ, ਹੋਣਾ ਨੁਕਸਾਨ ਹੋ ਜਾਣਾ ਜੀ, ਠੀਕ ਹੈ। ਇਸ ਵਾਸਤੇ ਨਾ ਤੁਸੀਂ ਮਤਲਬ ਇਹਨੂੰ ਲੈ ਲੈਣਾ, ਲੈ ਕੇ ਥੋੜਾ ਜਿਹਾ ਘੰਟਾ ਵਾਕ ਸ਼ਾਕ ਕਰੋ, ਤੇ ਉਸ ਤੋਂ ਬਾਅਦ ਜਿਸ ਲਈ ਭੁੱਖ ਲੱਗੇ ਉਸ ਟਾਈਮ ਨਾਸ਼ਤਾ ਕਰਨਾ। ਅੱਛਾ, ਕਿਉਂਕਿ ਇਹ ਹੈਵੀ ਕਿਸਮ ਦਾ ਨਾਸ਼ਤਾ ਤੁਹਾਡਾ ਹੋ ਗਿਆ ਪਹਿਲੇ ਹੀ, ਹੋ ਸਕਦਾ ਭੁੱਖ ਥੋੜੀ ਦੇਰ ਨਾ ਲੱਗੇ, ਕਿਉਂਕਿ ਪ੍ਰੋਟੀਨ ਦੀ ਮਿਕਦਾਰ ਜਦੋਂ ਜ਼ਿਆਦਾ ਹੁੰਦੀ ਹੈ ਜਿਸਮ ਦੇ ਅੰਦਰ, ਯਾਨੀ ਪ੍ਰੋਟੀਨ ਦਾ ਇਸਤੇਮਾਲ ਕਰਦੇ ਹਾਂ, ਤੇ GLP ਹਾਰਮੋਨ ਦੀ ਪੈਦਾਇਸ਼ ਘਟ ਜਾਂਦੀ ਹੈ। ਇਸ ਵਾਸਤੇ ਭੁੱਖ ਥੋੜੀ ਜਿਹੀ ਘਟ ਜਾਂਦੀ ਹੈ, ਤੇ ਉਹ ਚੰਗਾ ਹੁੰਦਾ, ਕੋਈ ਮਸਲਾ ਨਹੀਂ। ਜੇ ਤੁਸੀਂ ਐਕਸਰਸਾਈਜ਼ ਕਰੋਗੇ ਫਿਰ ਵੱਧ ਜਾਏਗੀ। ਤੇ ਇਹ ਜਿਹੜਾ ਨਾ ਤੁਸੀਂ ਸਵੇਰ ਦੇ ਟਾਈਮ ਹੀ ਲਵੋਗੇ, ਇੱਕ ਟਾਈਮ ਹੀ, ਤੇ ਦੁੱਧ ਵੀ ਲਵੋਗੇ ਨਾਲ, ਤੇ ਲਗਾਤਾਰ ਇਹਨੂੰ ਇਸਤੇਮਾਲ ਕਰਨਾ ਕਿੰਨੇ ਦਿਨ, ਕੋਈ 4 ਹਫ਼ਤੇ ਇਸਤੇਮਾਲ ਕਰ ਲਓ, ਫਿਰ ਦੇਖੋ ਕਿ ਕੈਸੇ ਨਜ਼ਾਰੇ ਆਏ। ਬਹੁਤ ਕੁਝ ਬਿਹਤਰ ਹੋ ਜਾਏਗਾ, ਬੜੀਆਂ ਕੁਵਤਾਂ ਤੁਹਾਡੀਆਂ ਤਕੜੀਆਂ ਹੋ ਜਾਣਗੀਆਂ, ਜੋੜਾਂ ਦੀ ਸਿਹਤ ਬਿਹਤਰ ਹੋ ਜਾਏਗੀ, ਦਿਲ ਦੀ ਸਿਹਤ ਬਿਹਤਰ ਹੋ ਜਾਏਗੀ, ਮਸਕੂਲਰ ਸਿਸਟਮ ਜਿਹੜਾ ਤੁਹਾਡਾ ਉਹ ਪਾਵਰਫੁਲ ਹੋ ਜਾਏਗਾ। ਤੇ ਮਸਕੂਲਰ ਸਿਸਟਮ ਦੇ ਵਿੱਚ ਫਿਰ ਹੋਰ ਵੀ ਬਹੁਤ ਕੁਝ ਆਉਂਦਾ, ਮਰਦਾਂ ਵਾਸਤੇ ਵੀ ਆ, ਔਰਤਾਂ ਵਾਸਤੇ ਵੀ ਆ, ਬਸ ਇਸ਼ਾਰਾ ਕਾਫੀ ਹੈ, ਠੀਕ ਹੈ ਜੀ।